बड़ा माण महसूस कर रहा हाँ। बड़ी खुशी हो रही है कि पिछले समय ਦੇ ਵਿੱਚ ਆਪਾਂ ਜਿਹੜੇ ਵਿਸ਼ਿਆਂ ਤੇ ਕਵਿਤਾ ਬਾਰੇ ਇਹ ਲੈਕਚਰ ਲੜੀ ਸ਼ੁਰੂ ਕੀਤੀ ਹੈ ਉਹਨਾਂ ਵਿਸ਼ਿਆਂ ਤੇ ਦਾਸ ਦੀ YouTube ਡਾਕਟਰ ਹਰੀ ਸਿੰਘ ਜਾਚਕ ਤੇ ਆਪ ਜੀ ਨੇ ਸੁਣ ਕੇ ਤੇ ਬਹੁਤ ਵਧੀਆ ਹੁੰਗਾਰਾ ਦਿੱਤਾ ਹੈ, ਕਮੈਂਟਸ ਦਿੱਤੇ ਹਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਸਮੇਂ ਦੇ ਵਿੱਚ ਆਪਾਂ ਕਵਿਤਾ ਦੇ ਕਈ ਪੱਖਾਂ ਤੇ ਵਿਚਾਰਾਂ ਕੀਤੀਆਂ, ਜਿਵੇਂ ਕਿ ਕਵਿਤਾ ਕੀ ਹੁੰਦੀ ਹੈ, ਕਵਿਤਾ ਦੀਆਂ ਕਿਹੜੀਆਂ-ਕਿਹੜੀਆਂ ਪਰਿਭਾਸ਼ਾਵਾਂ ਹਨ, ਕਵਿਤਾ ਕਿਵੇਂ ਲਿਖੀਏ ਅਤੇ ਕਵੀ ਕੌਣ ਹੈ। ਤੋਂ ਅੱਜ ਆਪਾਂ ਇਸ ਵਿਸ਼ਿਆਂ ਤੋਂ ਅਗਲਾ ਵਿਸ਼ਾ ਜੋ ਹੈ ਕਵਿਤਾ ਦੇ ਕਿਹੜੇ-ਕਿਹੜੇ ਤੱਤ ਹੁੰਦੇ ਹਨ ਉਹ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ। ਆਪ ਸਭ ਨੂੰ ਜੀ ਆਇਆਂ ਨੂੰ। ਤੇ ਇੱਕ ਮੈਂ ਹੋਰ ਬੇਨਤੀ ਕਰਦਿਆਂ ਕਿ ਕਵਿਤਾ ਕੋਈ ਜਨਮ ਤੋਂ ਹੀ ਨਹੀਂ ਲਿਖਦਾ ਤੇ ਨਾ ਹੀ ਕਿਸੇ ਨੂੰ ਕਵਿਤਾ ਦੇ ਕਿਹੜੇ ਤੱਤ ਹਨ, ਅਰੂਸ ਤੇ ਪਿੰਗਲ ਕੀ ਹੈ ਆਦਿਕ ਦਾ ਗਿਆਨ ਹੁੰਦਾ ਹੈ। ਜਿਵੇਂ ਜਿਵੇਂ ਅਸੀਂ ਕਵਿਤਾ ਵੱਲ ਰੁਚਿਤ ਹੁੰਦੇ ਹਾਂ, ਸਾਡੇ ਮਾਤਾ ਪਿਤਾ, ਸਾਡੇ ਅਧਿਆਪਕ ਸਾਨੂੰ ਕਵਿਤਾ ਲਿਖਣ ਦੇ ਲਈ ਸਕੂਲਾਂ ਦੇ ਵਿੱਚ ਸਟੇਜਾਂ ਤੇ ਭੇਜਦੇ ਹਨ, ਕਵਿਤਾਵਾਂ ਯਾਦ ਕਰਾਉਂਦੇ ਹਨ। ਉਸੇ ਤਰ੍ਹਾਂ ਅਸੀਂ ਅੱਗੇ ਦੀ ਅੱਗੇ ਵਧਦੇ ਜਾਂਦੇ ਹਾਂ। ਪਹਿਲਾਂ ਹੋਰ ਪ੍ਰੌੜ ਕਵੀਆਂ ਦੀਆਂ ਕਵਿਤਾਵਾਂ ਅਸੀਂ ਸਟੇਜਾਂ ਤੇ ਸੁਣਾਉਂਦੇ ਹਾਂ, ਸਾਨੂੰ ਮਾਣ ਸਨਮਾਨ ਮਿਲਦਾ ਹੈ। ਉਸ ਤੋਂ ਬਾਅਦ ਹੌਲੀ ਹੌਲੀ ਆਪ ਕਵਿਤਾਵਾਂ ਦੀ ਰਚਨਾ ਸ਼ੁਰੂ ਕਰਦੇ ਹਾਂ ਤੇ ਉਸਤਾਦ ਕਵੀਆਂ ਤੋਂ ਸੇਧ ਲੈ ਕੇ ਅਸੀਂ ਕਵਿਤਾਵਾਂ ਜਿਹੜੀਆਂ ਉਹਨਾਂ ਵਿੱਚ ਸੁਧਾਈ ਵੀ ਕਰਦੇ ਹਾਂ। ਤੋਂ ਪੰਜਾਬੀ ਪੀਡੀਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੋ ਚਲਾਇਆ ਜਾ ਰਿਹਾ ਹੈ, ਇਸ ਅਨੁਸਾਰ ਕਵਿਤਾ ਦੇ 3 ਤੱਤ ਹਨ: ਭਾਵ, ਕਲਪਨਾ ਤੇ ਸੰਗੀਤ। ਪਰ ਇਸ ਦੇ ਹੋਰ ਵੀ ਤੱਤ ਹਨ। ਦਾਸ ਨੇ ਕਵਿਤਾਵਾਂ ਦੇ ਵਿੱਚ ਕਿਹੜੇ-ਕਿਹੜੇ ਤੱਤ ਕਵੀਆਂ ਨੇ ਸ਼ਾਮਲ ਕੀਤੇ ਨੇ, ਇਸ ਬਾਰੇ ਪੁਸਤਕਾਂ ਪੜ੍ਹ ਕੇ, ਨੈੱਟ ਤੇ ਖੋਜ ਕਰਕੇ ਤੇ ਆਪਣੇ ਨਿੱਜੀ ਅਨੁਭਵ ਦੇ ਆਧਾਰ ਤੇ ਇਸ ਦੇ ਪ੍ਰਮੁੱਖ ਤੱਤਾਂ ਬਾਰੇ ਕੁਝ ਵਿਚਾਰਾਂ ਆਪ ਜੀ ਨਾਲ ਇਸ ਪ੍ਰਕਾਰ ਸਾਂਝੀਆਂ ਕਰ ਰਿਹਾ ਹਾਂ। ਸਭ ਤੋਂ ਪਹਿਲੀ ਗੱਲ, ਕਵਿਤਾ ਦੇ ਵਿੱਚ ਭਾਵ ਜਾਂ ਜਜ਼ਬਾ ਇਹ ਬਹੁਤ ਜ਼ਰੂਰੀ ਹੈ। ਸਾਡੇ ਅੰਦਰ ਜਿਹੜੇ ਭਾਵ ਨੇ, ਜਿਹੜੇ ਜਜ਼ਬਾਤ ਨੇ, ਜਿਹੜੇ ਖਿਆਲਾਤ ਨੇ, ਉਹਨਾਂ ਨੂੰ ਅਸੀਂ ਪ੍ਰਗਟ ਕਰਨਾ ਹੈ ਕਵਿਤਾ ਦੇ ਰਾਹੀਂ। ਤੇ ਭਾਵਾਂ ਜਾਂ ਜਜ਼ਬਾਤਾਂ ਬਾਰੇ ਅਫਲਾਤੂਨ ਦਾ ਕਥਨ ਹੈ ਕਿ ਕਵੀ ਦੀ ਆਤਮਾ ਵਿੱਚ ਕਲਾ ਦੇਵੀਆਂ ਦਾ ਉਨਮਾਦ ਪੈਦਾ ਹੁੰਦਾ ਹੈ, ਉਹ ਮਨੁੱਖ ਦੀ ਭਾਵੁਕਤਾ ਨੂੰ ਪ੍ਰੇਰਦਾ ਹੈ। ਕਵਿਤਾ ਮਨੁੱਖ ਦੇ ਅੰਦਰਲੇ ਭਾਵਾਂ ਦੀ ਬਹੁਲਤਾ ਤੇ ਤੀਬਰਤਾ ਤੋਂ ਉਤਪੰਨ ਹੁੰਦੀ ਹੈ। ਹਾਊਸਮੈਨ ਅਨੁਸਾਰ ਕਵਿਤਾ ਦੀ ਵਿਸ਼ੇਸ਼ਤਾ ਭਾਵਾਂ ਨੂੰ ਪ੍ਰਕਾਸ਼ਮਾਨ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਹੀ ਕੀਟਸ ਕਹਿੰਦਾ ਹੈ ਕਿ ਕਵਿਤਾ ਆਪਣੀ ਉੱਤਮ ਅਧਿਕਤਾ ਦੇ ਕਾਰਨ ਆਨੰਦ ਦਿੰਦੀ ਹੈ। ਡਰਿੰਕ ਵਾਟਰ ਦਾ ਵਿਚਾਰ ਹੈ ਕਿ ਕਵਿਤਾ ਦੀ ਪ੍ਰਾਥਮਿਕ ਤੇ ਸਦੀਵੀ ਸੰਬੰਧ ਭਾਵਾਂ ਨਾਲ ਹੈ, ਜੋ ਇਸ ਪਰਿਵਰਤਨਸ਼ੀਲ ਦੁਨੀਆ ਵਿੱਚ ਨਹੀਂ ਬਦਲਦੇ। ਇਸੇ ਤਰ੍ਹਾਂ ਕਾਲਰਿਜ ਦਾ ਕਹਿਣਾ ਹੈ ਕਿ ਮਹਾਨ ਕਵਿਤਾ ਸਾਡੇ ਮਨ ਵਿੱਚ ਭਾਵਾਂ ਦੀ ਅੰਤਲੀ ਤੇ ਨਿਰੰਤਰ ਧਾਰਾ ਪੈਦਾ ਕਰਦੀ ਹੈ, ਜੋ ਸਾਡੇ ਅੰਦਰ ਦੀਆਂ ਡੂੰਘੀਆਂ ਘਾਟੀਆਂ ਵਿੱਚ ਜਾ ਵਸਦੀ ਹੈ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਕਵਿਤਾ ਦਿਲ ਦੀ ਬੋਲੀ ਹੈ। ਇਹ ਮਨੁੱਖੀ ਵਲਵਲਿਆਂ ਨੂੰ ਆਪ ਮੁਹਾਰਾ ਪ੍ਰਗਟ ਕਰਦੀ ਹੈ। ਇਹ ਮਨੁੱਖੀ ਭਾਵਨਾਵਾਂ ਨੂੰ ਸਾਕਾਰ ਕਰਨ ਦਾ ਮਹੱਤਵਪੂਰਨ ਤੇ ਇੱਕੋ ਇੱਕ ਸੁਹਿਰਦ ਮਾਧਿਅਮ ਹੈ। ਇਸ ਲਈ ਭਾਵ ਕਵਿਤਾ ਦਾ ਮਹੱਤਵਪੂਰਨ ਸਾਧਨ ਹਨ ਅਤੇ ਇਹਨਾਂ ਦੁਆਰਾ ਦਿੱਤਾ ਸੰਦੇਸ਼ ਵੀ ਭਾਵਨਾਤਮਕ ਹੁੰਦਾ ਹੈ। ਜਿਹੜੀ ਕਵਿਤਾ ਭਾਵ ਦੇ ਪੱਖ ਤੋਂ ਕਮਜ਼ੋਰ ਹੋਵੇਗੀ ਉਹ ਕਵਿਤਾ ਮਹਾਨ ਨਹੀਂ ਬਣ ਸਕਦੀ। ਮਨੁੱਖੀ ਦਿਲ ਜਜ਼ਬਿਆਂ ਤੇ ਭਾਵਨਾਵਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਕਈ ਤਰ੍ਹਾਂ ਦੇ ਭਾਵ ਜਿਵੇਂ ਪਿਆਰ, ਡਰ, ਤਰਸ, ਖੁਸ਼ੀ, ਗਮੀ ਆਦਿ ਪੈਦਾ ਹੁੰਦੇ ਰਹਿੰਦੇ ਹਨ। ਭਾਵਾਂ ਦੀ ਹੋਂਦ, ਭਾਵਾਂ ਦਾ ਢੁਕਵਾਂ ਪ੍ਰਗਟਾ, ਭਾਵਾਂ ਦੀ ਏਕਤਾ ਆਦਿਕ
ਉੱਚ ਕੋਟੀ ਦੀ ਕਵਿਤਾ ਦੇ ਲੱਛਣ ਹਨ। ਕਵਿਤਾ ਸਾਡੇ ਭਾਵਾਂ ਤੇ ਜਜ਼ਬਾਤਾਂ ਦੀ ਬੋਲੀ ਹੈ। ਅਸਲ ਵਿੱਚ ਕਵਿਤਾ ਵਿੱਚ ਸਾਡੇ ਦੁੱਖ ਸੁੱਖ, ਸਾਡੇ ਹਾਸੇ ਰੋਣੇ ਆਦਿ ਪ੍ਰਗਟ ਹੁੰਦੇ ਹਨ। ਇਸ ਤੋਂ ਬਾਅਦ ਜਿਹੜਾ ਦੂਸਰਾ ਤੱਤ ਹੈ, ਬਹੁਤ ਹੀ ਜ਼ਰੂਰੀ ਤੱਤ ਕਵਿਤਾ ਦਾ, ਉਹ ਹੈ ਵਿਚਾਰ, ਖਿਆਲ, ਜਾਂ ਇਹਨਾਂ ਨੂੰ ਆਪਾਂ ਬੁੱਧੀ ਤੱਤ ਵੀ ਕਹਿ ਦਿੰਦੇ ਹਨ। ਕਵਿਤਾ ਵਿੱਚ ਕੇਵਲ ਭਾਵਨਾਵਾਂ ਜਿਹੜੀਆਂ ਉਹ ਹੀ ਨਹੀਂ ਹੁੰਦੀਆਂ, ਸਗੋਂ ਕੋਈ ਨਾ ਕੋਈ ਵਿਚਾਰ ਵੀ ਹੁੰਦਾ ਹੈ। ਵਿਚਾਰ ਕਵਿਤਾ ਨੂੰ ਅਰਥ ਦਿੰਦਾ ਹੈ। ਵਿਚਾਰਾਂ ਤੋਂ ਸੱਖਣੀ ਕਵਿਤਾ ਸਾਰਥਕ ਨਹੀਂ ਹੋ ਸਕਦੀ। ਕਵੀ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਬੁੱਧੀ ਅਨੁਸਾਰ ਢਾਲ ਕੇ ਕਵਿਤਾ ਦੀ ਰਚਨਾ ਕਰਦਾ ਹੈ। ਜਿਸ ਵਿਸ਼ੇ ਤੇ ਕਵਿਤਾ ਦੀ ਰਚਨਾ ਕਰਨੀ ਹੈ, ਉਸ ਬਾਰੇ ਚੰਗੀ ਤਰ੍ਹਾਂ ਸੋਚ ਉਡੌਰੀਆਂ ਲਗਾਉਣਾ, ਦਿਨ ਰਾਤ ਧਿਆਨ ਉਸੇ ਵਿਸ਼ੇ ਤੇ ਲਗਾਈ ਰੱਖਣਾ, ਉਸ ਵਿਸ਼ੇ ਬਾਰੇ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹ ਕੇ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕਾਲਰਿਜ ਦਾ ਮੰਨਣਾ ਹੈ ਕਿ ਕੋਈ ਵੀ ਕਵੀ ਉਦੋਂ ਤੱਕ ਚੰਗਾ ਵਿਦਵਾਨ ਨਹੀਂ ਬਣ ਸਕਦਾ ਜਦੋਂ ਤੱਕ ਉਹ ਪੂਰਾ ਵਿਚਾਰਵਾਨ ਫਿਲਾਸਫਰ ਨਹੀਂ ਹੈ। ਤੋਂ ਅਕਸਰ ਕਵਿਤਾਵਾਂ ਵਿੱਚ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਛਾਈਆਂ ਤੇ ਬੁਰਾਈਆਂ ਬਾਰੇ ਵਿਚਾਰ ਦਿੱਤੇ ਗਏ ਹੁੰਦੇ ਹਨ ਅਤੇ ਕਵੀ ਸਮਾਜ ਨੂੰ ਸੇਧ ਦੇਣ ਲਈ ਹਰ ਕਵਿਤਾ ਵਿੱਚ ਕੋਈ ਨਾ ਕੋਈ ਸੰਦੇਸ਼ ਵੀ ਦਿੰਦਾ ਹੈ। ਖਾਸ ਤੌਰ ਤੇ ਆਪਾਂ ਖਿਆਲ ਰੱਖਣਾ ਹੈ ਕਿ ਜਿਸ ਕਵਿਤਾ ਦੇ ਵਿੱਚ ਸਮਾਜ ਨੂੰ ਕੋਈ ਸੇਧ ਨਹੀਂ ਦਿੱਤੀ ਜਾ ਰਹੀ, ਉਹ ਕਵਿਤਾ ਅਸਲ ਵਿੱਚ ਕੋਈ ਖਾਸ ਕਵਿਤਾ ਨਹੀਂ ਕਹਿਲਾ ਸਕਦੀ। ਇਸੇ ਤਰ੍ਹਾਂ ਹੀ ਇੱਕ ਹੋਰ ਜਿਹੜਾ ਤੱਤ ਹੈ ਕਵਿਤਾ ਦਾ ਹੈ, ਉਹ ਹੈ ਤੁਹਾਡੇ ਆਪਣੀ ਨਿੱਜੀ ਅਨੁਭਵ ਅਤੇ ਪ੍ਰਤਿਭਾ। ਜਦੋਂ ਅਸੀਂ ਕਵਿਤਾ ਲਿਖਦੇ ਜਾ ਰਹੇ ਹਾਂ, ਕਵਿਤਾ ਬਾਰੇ ਸੋਚਦੇ ਜਾ ਰਹੇ ਹਾਂ, ਤਾਂ ਉਸ ਦੇ ਨਾਲ ਸਾਡੇ ਨਿੱਜੀ ਅਨੁਭਵ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਵਾਧਾ ਹੁੰਦਾ ਜਾਂਦਾ ਹੈ। ਹਰ ਕਵੀ ਦੀ ਕਵਿਤਾ ਵਿੱਚ ਉਸ ਦਾ ਨਿੱਜੀ ਅਨੁਭਵ ਅਤੇ ਪ੍ਰਤਿਭਾ ਵੀ ਕਿਤੇ ਨਾ ਕਿਤੇ ਸ਼ਾਮਲ ਹੁੰਦੇ ਹਨ। ਕਵੀ ਆਪਣੇ ਜੀਵਨ ਵਿੱਚ ਵਿਚਰਦਾ ਹੋਇਆ ਨਿਤ ਨਵੇਂ ਅਨੁਭਵ ਗ੍ਰਹਿਣ ਕਰਦਾ ਹੈ। ਉਸ ਦੇ ਕਈ ਅਨੁਭਵ ਸਧਾਰਨ ਤੇ ਕਈ ਹਲੂਣ ਕੇ ਰੱਖ ਦੇਣ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਕਵਿਤਾ ਰਾਹੀਂ ਰੂਪਮਾਨ ਕਰਦਾ ਹੈ ਅਤੇ ਉਸ ਦੀ ਕਵਿਤਾ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ। ਸਮਾਜ ਵਿੱਚ ਵਿਚਰਦਿਆਂ ਉਸ ਨੂੰ ਕਈ ਪ੍ਰਸਥਿਤੀਆਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਇਸ ਲਈ ਉਹ ਸਮੇਂ ਦੀ ਚਾਲ ਨਾਲ ਹੀ ਕਵਿਤਾਵਾਂ ਦੀ ਰਚਨਾ ਵੀ ਕਰਦਾ ਰਹਿੰਦਾ ਹੈ। ਜਿਹੋ ਜਿਹੀਆਂ ਪ੍ਰਸਥਿਤੀਆਂ ਹੁੰਦੀਆਂ ਹਨ, ਜਿਹੋ ਜਿਹਾ ਸਮੇਂ ਦੇ ਅਨੁਸਾਰ ਘਟਨਾਵਾਂ ਵਾਪਰਦੀਆਂ ਹਨ, ਉਹ ਉਹਨਾਂ ਨੂੰ ਨਾਲ ਦੀ ਨਾਲ ਕਵਿਤਾਵਾਂ ਦੀ ਰਚਨਾ ਵੀ ਕਰਦਾ ਰਹਿੰਦਾ ਹੈ ਅਤੇ ਉਸ ਵਿੱਚ ਉਸ ਦਾ ਨਿੱਜੀ ਅਨੁਭਵ ਵੀ ਸ਼ਾਮਲ ਹੋ ਜਾਂਦਾ ਹੈ ਤੇ ਉਸ ਕਵੀ ਦੀ ਪ੍ਰਤਿਭਾ ਵੀ ਸਾਫ਼ ਤੌਰ ਤੇ ਉਸ ਦੀ ਝਲਕ ਵੀ ਦਿਖਾਈ ਦਿੰਦੀ ਹੈ। ਜੋ ਕਵਿਤਾ ਦਾ ਅਗਲਾ ਤੇ ਬਹੁਤ ਹੀ ਜ਼ਰੂਰੀ ਤੱਤ ਹੈ, ਉਸ ਨੂੰ ਅਸੀਂ ਕਲਪਨਾ ਕਹਿੰਦੇ ਹਾਂ। ਕਲਪਨਾ ਕਵਿਤਾ ਦਾ ਇੱਕ ਬਹੁਤ ਹੀ ਜ਼ਰੂਰੀ ਤੇ ਉਸਾਰੂ ਤੱਤ ਹੈ। ਕਵੀ ਬਹੁਤ ਕੁਝ ਅਜਿਹਾ ਸੋਚਦਾ ਹੈ ਜੋ ਅਸਲੀਅਤ ਵਿੱਚ ਨਹੀਂ ਵੇਖਿਆ ਜਾ ਸਕਦਾ। ਉਹ ਸੋਚ ਉਡਾਰੀਆਂ ਲਾ ਕੇ ਮਨ ਹੀ ਮਨ ਵਿੱਚ ਤਸਵੀਰ ਬਣਾ ਲੈਂਦਾ ਹੈ ਤੇ ਹਰ ਸੋਚ ਨੂੰ ਆਪਣੀ ਯਾਦ ਪਟਾਰੀ ਵਿੱਚ ਸੰਭਾਲ ਕੇ ਰੱਖ ਲੈਂਦਾ ਹੈ ਅਤੇ ਪੈਨ ਨਾਲ ਕਾਪੀ ਵਿੱਚ ਲਿਖਦਾ ਵੀ ਰਹਿੰਦਾ ਹੈ। ਉਹ ਆਪਣੀ ਕਲਪਨਾ ਨਾਲ ਅਨੁਭਵਾਂ, ਭਾਵਾਂ, ਵਿਚਾਰਾਂ ਨੂੰ ਰੌਚਕ ਤੇ ਆਨੰਦਦਾਇਕ ਬਣਾ ਦਿੰਦਾ ਹੈ। ਪੱਛਮੀ ਵਿਦਵਾਨਾਂ ਨੇ ਕਲਪਨਾ ਨੂੰ ਕਵਿਤਾ ਦਾ ਹੀ ਨਹੀਂ, ਸਗੋਂ ਸਮੁੱਚੇ ਸਾਹਿਤ ਦਾ ਇੱਕ ਉੱਤਮ ਤੱਤ ਮੰਨਿਆ ਹੈ। ਅੰਗਰੇਜ਼ੀ ਕਵੀ ਕਾਰਲਾਈਲ ਤਾਂ ਕਵਿਤਾ ਨੂੰ ਕਲਪਨਾ ਦੀ ਹੀ ਪੈਦਾਵਾਰ ਮੰਨਦਾ ਹੈ। ਸ਼ੇਕਸਪੀਅਰ ਕਵਿਤਾ ਵਿੱਚ ਕਲਪਨਾ ਨੂੰ ਬਹੁਤ ਮਹਾਨਤਾ ਦਿੰਦਾ ਹੋਇਆ ਆਖਦਾ ਹੈ, ਜਿਵੇਂ ਆਸ਼ਿਕ ਆਪਣੀ ਮਾਸ਼ੂਕ ਲਈ, ਪ੍ਰੇਮੀ ਆਪਣੀ ਪ੍ਰੇਮਿਕਾ ਲਈ ਖਿਆਲੀ ਵੜੇ ਪਕਾਉਂਦਾ ਹੈ, ਇਸੇ ਤਰ੍ਹਾਂ ਕਵੀ ਵਿੱਚ ਕਲਪਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਕਾਲਰਿਜ ਤਾਂ ਇੱਥੋਂ ਤੱਕ ਮੰਨਦਾ ਹੈ ਕਿ ਕਲਪਨਾ ਕੀਤੀ ਨਹੀਂ ਜਾਂਦੀ, ਸਗੋਂ ਇਹ ਤਾਂ ਆਪ ਮੁਹਾਰੀ ਹੀ ਕੰਮ ਕਰਦੀ ਹੈ।
ਕਲਪਨਾ ਕਰਨ ਵਾਲੀ ਸ਼ਕਤੀ ਕਵੀਆਂ ਵਿੱਚ ਵਧੇਰੇ ਹੁੰਦੀ ਹੈ। ਅਸਲ ਵਿੱਚ ਕਲਪਨਾ ਕਵੀ ਦੀ ਕਵਿਤਾ ਪਿੱਛੇ ਪ੍ਰੇਰਨਾ ਸ਼ਕਤੀ ਹੁੰਦੀ ਹੈ। ਕਲਪਨਾ ਦੀ ਸ਼ਕਤੀ ਨਾਲ ਹੀ ਕਵੀ ਅਣਦੇਖੇ ਤੇ ਅਣਜਾਣੇ ਦ੍ਰਿਸ਼ਾਂ ਨੂੰ, ਵਸਤਾਂ ਨੂੰ ਸਾਡੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਜਿਵੇਂ ਉਹ ਸਾਡੇ ਸਾਹਮਣੇ ਹੀ ਵਾਪਰੇ ਹੋਣ। ਇਸ ਸਬੰਧ 'ਚ ਅਸੀਂ ਦੇਖਦੇ ਹਾਂ ਕਿ ਸ਼ਾਹ ਮੁਹੰਮਦ ਆਪਣੀ ਰਚਨਾ 'ਚ ਸਿੱਖਾਂ ਤੇ ਅੰਗਰੇਜ਼ਾਂ 'ਚ ਹੋਈ ਲੜਾਈ ਦਾ ਬਿਆਨ ਇੰਜ ਕਰਦਾ ਹੈ ਜਿਵੇਂ ਸਾਰਾ ਕੁਝ ਉਸ ਦੇ ਸਾਹਮਣੇ ਵਾਪਰਿਆ ਹੋਵੇ। ਇਸੇ ਤਰ੍ਹਾਂ ਹੀ ਕਿੱਸਾਕਾਰ ਦਮੋਦਰ ਹੀਰ ਦੇ ਕਿੱਸੇ 'ਚ ਆਪ ਦਮੋਦਰ ਅੱਖੀਂ ਡਿੱਠਾ ਲਿਖ ਕੇ ਆਪਣੀ ਕਲਪਨਾ ਨੂੰ ਯਥਾਰਥ ਦਾ ਰੂਪ ਦਿੰਦਾ ਹੈ। ਮਹਾਨ ਕਵੀਆਂ ਦੀ ਮਹਾਨ ਕਲਪਨਾ ਵਿੱਚੋਂ ਫੁੱਟੀ ਅਲੌਕਿਕ ਬੁੱਧੀ ਵਾਲੀ ਕਵਿਤਾ ਜਨਮ ਲੈਂਦੀ ਹੈ। ਮਹਾਨ ਪ੍ਰਤਿਭਾ ਮਹਾਨ ਕਲਪਨਾ ਨੂੰ ਜਨਮ ਦਿੰਦੀ ਹੈ। ਮਹਾਨ ਸਾਹਿਤਕਾਰ ਮੈਕਸਿਮ ਗੋਰਕੀ ਠੀਕ ਹੀ ਕਹਿੰਦਾ ਹੈ, ਬਲਵਾਨ ਕਲਪਨਾ ਬਲਵਾਨ ਕਵਿਤਾ ਨੂੰ ਜਨਮ ਦਿੰਦੀ ਹੈ। ਇਸ ਤਰ੍ਹਾਂ ਕਵਿਤਾ ਵਿੱਚ ਕਲਪਨਾ ਇੱਕ ਮੁੱਢਲਾ ਤੇ ਬੁਨਿਆਦੀ ਤੱਤ ਹੈ। ਕਲਪਨਾ ਤੋਂ ਰਹਿਤ ਕਵਿਤਾ ਨਿਰਜਿੰਦ ਮੰਨੀ ਜਾਂਦੀ ਹੈ। ਕਵੀ ਮਨ ਕਈ ਤਰ੍ਹਾਂ ਦੀਆਂ ਮੂਰਤੀਆਂ ਬਣਾਉਂਦਾ ਰਹਿੰਦਾ ਹੈ ਤੇ ਕਾਵ ਕਲਾ ਨਾਲ ਉਸ ਨੂੰ ਸਾਕਾਰ ਕਰਦਾ ਰਹਿੰਦਾ ਹੈ। ਹੁਣ ਆਪਾਂ ਇੱਕ ਹੋਰ ਖਾਸ ਤੱਤ ਤੇ ਆਪਣੀ ਵਿਚਾਰ ਨੂੰ ਅੱਗੇ ਵਧਾ ਰਹੇ ਹਾਂ। ਉਹ ਤੱਤ ਹੈ ਛੰਦ ਵਿਧਾਨ। ਕਵਿਤਾ ਵਿੱਚ ਛੰਦ ਦਾ ਆਪਣੀ ਕਿਸਮ ਦਾ ਹੀ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੁੰਦਾ ਹੈ। ਇਸ ਨੂੰ ਆਪਾਂ ਪਿੰਗਲ ਤੇ ਅਰੂਜ਼ ਵੀ ਕਹਿੰਦੇ ਹਾਂ। ਛੰਦ ਕਵਿਤਾ ਵਿੱਚ ਲੈ, ਤਾਲ ਤੇ ਵਜਨ ਤੋਲ ਦਾ ਹਿਸਾਬ ਕਿਤਾਬ ਰੱਖਦੇ ਹਨ। ਕਵਿਤਾ ਵਿੱਚ ਅੱਖਰਾਂ ਦੇ ਵਰਨਾਂ ਦੀ ਖਾਸ ਗਿਣਤੀ ਮਿਣਤੀ ਦੁਆਰਾ ਤੁਕਾਂਤ ਦਾ ਜੋ ਸਹੀ ਮੇਲ ਹੁੰਦਾ ਹੈ ਉਹ ਛੰਦ ਹੈ। ਕਵਿਤਾ 'ਚ ਵਰਨਾਂ ਤੇ ਮਾਤਰਾਵਾਂ ਦੀ ਖਾਸ ਵਿਉਂਤ ਹੁੰਦੀ ਹੈ ਜਿਸ ਵਿੱਚ ਸੁਰ ਤਾਲ ਪੈਦਾ ਹੁੰਦਾ ਹੈ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ ਕਵਿਤਾ ਵਿੱਚ ਮਾਤਰਾ ਜਾਂ ਵਰਨ ਨੂੰ ਖਾਸ ਵਿਉਂਤ ਨਾਲ ਜੋੜ ਕੇ ਵਜਨ ਤੋਲ, ਸੁਰ, ਵਿਸਰਾਮ ਦਾ ਖਿਆਲ ਰੱਖਦੇ ਹੋਏ ਤੁਕਾਂਤ ਦੇ ਮੇਲ ਨਾਲ ਲੈ ਪੈਦਾ ਕਰਨਾ ਹੀ ਛੰਦ ਹੈ। ਛੰਦ ਤੋਂ ਬਿਨਾਂ ਵਧੀਆ ਕਵਿਤਾ ਨਹੀਂ ਰਚੀ ਜਾ ਸਕਦੀ। ਨੋਟ ਕਰੋ ਸਾਰੇ, ਛੰਦ ਤੋਂ ਬਿਨਾਂ ਵਧੀਆ ਕਵਿਤਾ ਨਹੀਂ ਰਚੀ ਜਾ ਸਕਦੀ ਕਿਉਂਕਿ ਇਹ ਕਵਿਤਾ ਨੂੰ ਵਾਰਤਕ ਤੋਂ ਵੱਖ ਕਰਦਾ ਹੈ। ਤੋਂ ਆਮ ਤੌਰ ਤੇ ਜੋ ਛੰਦ ਹੈ ਉਸ ਦੇ ਦੋ ਭੇਦ ਮੰਨੇ ਜਾਂਦੇ ਨੇ, ਵੈਸੇ ਤਿੰਨ ਕਹਿੰਦੇ ਨੇ। ਤੋਂ ਦੋ ਜਿਹੜੇ ਨੇ ਮੁੱਖ ਤੌਰ ਤੇ ਨੇ, ਇੱਕ ਤਾਂ ਇਸ ਨੂੰ ਮਾਤ੍ਰਿਕ ਛੰਦ ਕਹਿੰਦੇ ਆ ਜਿਹੜੀ ਮਾਤਰਾਵਾਂ ਦੀ ਗਿਣਤੀ ਅਨੁਸਾਰ ਉਹ ਚੱਲਦਾ ਹੈ। ਇਸ ਤਰ੍ਹਾਂ ਦੂਸਰੇ ਨੂੰ ਅਸੀਂ ਵਰਨਕ ਛੰਦ ਕਹਿੰਦੇ ਹਾਂ ਜੋ ਅੱਖਰਾਂ ਦੀ ਗਿਣਤੀ ਅਨੁਸਾਰ ਚੱਲਦਾ ਹੈ। ਤੇ ਤੀਸਰਾ ਇੱਕ ਗਣਕ ਛੰਦ ਹੁੰਦਾ ਹੈ। ਇਸ ਨੂੰ ਅੱਖਰਾਂ ਦੇ ਕੁਝ ਗਣਾਂ ਨੂੰ ਮੁੱਖ ਰੱਖ ਕੇ ਤੇ ਫਿਰ ਕਵਿਤਾ ਦੀ ਰਚਨਾ ਕੀਤੀ ਜਾਂਦੀ ਹੈ। ਤੋ ਇਸ ਤਰ੍ਹਾਂ ਛੰਦ ਜੋ ਨੇ ਤੇ ਕਵਿਤਾ ਦੀਆਂ ਕਈ ਵੰਨਗੀਆਂ ਨੇ, ਇਹਨਾਂ ਨੂੰ ਆਪਾਂ ਬਾਅਦ ਦੇ ਵਿੱਚ ਜਿਹੜਾ ਹੈ ਵਿਸਥਾਰ ਨਾਲ ਚਰਚਾ ਕਰਾਂਗੇ। ਜਿਵੇਂ ਵੰਨਗੀਆਂ ਦੇ ਵਿੱਚ ਕਵਿਤ ਆ ਜਾਂਦਾ ਹੈ, ਦੋਹਰਾ ਆ ਜਾਂਦਾ ਹੈ, ਸਵਈਆ ਆ ਜਾਂਦਾ ਹੈ, ਦਵਈਆ ਆ ਜਾਂਦਾ ਹੈ, ਬੈਂਤ ਹੈ, ਸੋਰਠਾ ਹੈ, ਅੜਿਲ ਹੈ, ਕੋਰੜਾ ਹੈ, ਚੁਪਈ ਹੈ, ਸਿਰਖੰਡੀ ਹੈ ਤੇ ਨਿਸ਼ਾਨੀ ਆਦਿਕ ਹੈ। ਪੁਰਾਣੇ ਸਮੇਂ ਵਿੱਚ ਛੰਦ ਤੋਂ ਬਿਨਾਂ ਕਵਿਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ, ਪਰ ਅੱਜ ਕੱਲ੍ਹ ਛੰਦ ਤੋਂ ਬਿਨਾਂ ਕਵਿਤਾ ਵੀ ਲਿਖੀ ਜਾ ਰਹੀ ਹੈ ਜਿਸ ਨੂੰ ਕਿਹੜਾ ਨਾਂ ਦਿੱਤਾ ਜਾ ਰਿਹਾ ਹੈ? ਖੁੱਲੀ ਕਵਿਤਾ। ਇਸ ਨੂੰ ਕਹਿੰਦੇ ਨੇ ਖੁੱਲੀ ਕਵਿਤਾ। ਪਰ ਮੈਂ ਇਸ ਖੁੱਲ ਵਿੱਚ ਨਹੀਂ ਪੈਣਾ ਚਾਹੁੰਦਾ, ਇਸ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਕਵਿਤਾ ਖੁੱਲੀ ਵੀ ਹੁੰਦੀ ਹੈ ਜਾਂ ਕਵਿਤਾ ਭੀੜੀ ਵੀ ਹੁੰਦੀ ਹੈ। ਮੇਰੇ ਖਿਆਲ ਅਨੁਸਾਰ ਅਰੂਜ਼ ਅਤੇ ਪਿੰਗਲ ਅਨੁਸਾਰ ਰਚੀ ਕਵਿਤਾ ਹੀ ਕਵਿਤਾ ਹੈ ਤੇ ਜਿਹੜੀ ਖੁੱਲੀ ਜਾਂ ਕੋਈ ਭੀੜੀ ਕਵਿਤਾ ਹੈ ਇਹ ਵਾਰਤਕ ਨੂੰ ਵਿਗਾੜ ਕੇ ਮਤਲਬ ਉਹ ਸ਼ਬਦਾਂ ਨੂੰ ਅੱਗੇ ਪਿੱਛੇ ਕਰਕੇ ਅਸੀਂ ਬਣਾ ਸਕਦੇ ਹਾਂ। ਤੋ ਖੈਰ ਇਹ ਬਹਿਸ 'ਚ ਮੈਂ ਨਹੀਂ ਪੈਣਾ। ਅਗਲਾ ਜਿਹੜਾ ਤੱਤ ਹੈ ਆਪਣੇ ਕਵਿਤਾ ਦਾ ਬਹੁਤ ਵਿਸ਼ੇਸ਼ ਹੈ ਵੀ ਕਿ ਅਸੀਂ ਜਦੋਂ ਕਵਿਤਾ ਲਿਖਦੇ ਹਾਂ ਤਾਂ ਅਗਲਾ ਜਿਹੜਾ ਤੱਤ ਹੈ ਕਵਿਤਾ ਦਾ ਉਹ ਹੈ ਕਿ ਕਵਿਤਾ ਜਿਹੜੀ ਹੈ ਕਿਸੇ ਨਾ ਕਿਸੇ ਭਾਸ਼ਾ ਦੇ ਵਿੱਚ, ਕਿਸੇ ਨਾ ਕਿਸੇ ਬੋਲੀ ਦੇ ਵਿੱਚ ਇਹ ਲਿਖੀ ਜਾਂਦੀ ਹੈ ਤੇ ਭਾਸ਼ਾ ਤੋਂ ਬਿਨਾਂ ਤਾਂ ਕਵਿਤਾ ਦਾ ਕੋਈ ਮਤਲਬ ਹੀ ਨਹੀਂ ਹੈ। ਕਵਿਤਾ ਦੀ ਭਾਸ਼ਾ ਜਿਹੜੀ ਹੈ
ਉਹ ਆਮ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਇਸ ਰਾਹੀਂ ਕਵੀ ਆਪਣੇ ਮਨੋਭਾਵਾਂ ਨੂੰ ਮੂਰਤੀਮਾਨ ਕਰਨ ਦਾ ਯਤਨ ਕਰਦਾ ਹੈ। ਆਮ ਭਾਸ਼ਾ ਦੀ ਵਰਤੋਂ ਗੱਲਬਾਤ, ਸੂਚਨਾ ਜਾਂ ਵਾਰਤਕ ਦੇ ਰੂਪਾਂ ਵਿੱਚ ਕੀਤੀ ਜਾਂਦੀ ਹੈ, ਜਦ ਕਿ ਕਵਿਤਾ ਵਿੱਚ ਭਾਸ਼ਾ ਦੀ ਕਾਵ ਸੋਝ ਵਧਾਉਣ ਲਈ ਵਿਸ਼ੇਸ਼ ਢੰਗ ਨਾਲ ਕੀਤੀ ਜਾਂਦੀ ਹੈ। ਕਾਵ ਭਾਸ਼ਾ ਦੇ ਵੀ ਆਪਣੇ ਹੀ ਗੁਣ ਹਨ। ਮੁੱਢਲਾ ਗੁਣ ਇਹ ਹੈ ਕਿ ਭਾਵਾਂ ਤੇ ਖਿਆਲਾਂ ਦੇ ਅਨੁਕੂਲ ਹੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵ ਜੇਕਰ ਕੋਈ ਕਵਿਤਾ ਕਿਸੇ ਪ੍ਰੇਮ ਪਿਆਰ ਦੇ ਵਿਸ਼ੇ ਨਾਲ ਭਰਪੂਰ ਹੈ ਤਾਂ ਭਾਸ਼ਾ ਵੀ ਕੋਮਲ, ਸਹਿਜਮਈ, ਸੰਗੀਤਮਈ ਤੇ ਕੋਮਲ ਧੁਨੀਆਂ ਵਾਲੀ ਹੋਣੀ ਚਾਹੀਦੀ ਹੈ। ਤੇ ਜੇਕਰ ਕਿਸੇ ਕਵਿਤਾ ਵਿੱਚ ਬੀਰਤਾ ਜਾਂ ਸੂਰਮਗਤੀ ਦਾ ਭਾਵ ਹੈ ਤਾਂ ਭਾਸ਼ਾ ਦੀਆਂ ਧੁਨੀਆਂ ਵੀ ਬੀਰ ਰਸ ਪੈਦਾ ਕਰਨ ਵਾਲੀਆਂ ਖੜਕਵੀਆਂ ਹੋਣੀਆਂ ਚਾਹੀਦੀਆਂ ਹਨ। ਕਾਵਿ ਦੀ ਭਾਸ਼ਾ ਵਿੱਚ ਰਸ ਅਤੇ ਸੰਗੀਤ ਵੀ ਹੁੰਦਾ ਹੈ। ਅਕਸਰ ਇਸ ਨੂੰ ਗਾਇਆ ਵੀ ਜਾ ਸਕਦਾ ਹੈ। ਤੋ ਇਸ ਲਈ ਮੇਰੀ ਬੇਨਤੀ ਹੈ ਕਿ ਕਵਿਤਾ ਨੂੰ ਕਿਸੇ ਵੀ ਭਾਸ਼ਾ ਜਾਂ ਬੋਲੀ ਵਿੱਚ ਲਿਖਣ ਤੋਂ ਪਹਿਲਾਂ ਉਸ ਭਾਸ਼ਾ ਦੇ ਸ਼ਬਦਾਂ ਦੀ ਚੋਣ ਜਿਹੜੀ ਹੈ ਉਹ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ। ਸ਼ਬਦ ਅਜਿਹੇ ਹੋਣ ਜੋ ਵਿਸ਼ੇ ਨੂੰ ਸਪਸ਼ਟ ਕਰਨ ਦੀ ਅਥਾਹ ਸ਼ਕਤੀ ਰੱਖਦੇ ਹੋਣ ਅਤੇ ਨਾਲੋਂ ਨਾਲ ਕਵੀ ਦੇ ਮਨੋਭਾਵਾਂ ਨੂੰ ਵੀ ਪ੍ਰਗਟ ਕਰਨ ਦੇ ਸਮਰੱਥ ਹੋਣ। ਕਵਿਤਾ ਦੀ ਭਾਸ਼ਾ ਦਾ ਇੱਕ ਇੱਕ ਸ਼ਬਦ ਸਾਰਥਕ ਤੇ ਮਤਲਬ ਭਰਪੂਰ ਹੋਣਾ ਚਾਹੀਦਾ ਹੈ। ਕਵਿਤਾ ਵਿੱਚ ਅੱਖਰਾਂ ਦੀ ਜੜਤ ਅਜਿਹੀ ਹੁੰਦੀ ਹੈ ਕਿ ਹਰ ਅੱਖਰ ਵਿੱਚੋਂ ਸੁਰ, ਤਾਲ ਤੇ ਸੰਗੀਤ ਸੁਣਾਈ ਦਿੰਦਾ ਹੈ। ਕਵਿਤਾ ਵਿੱਚ ਸ਼ਬਦ ਕੇਵਲ ਸਧਾਰਨ ਸ਼ਬਦੀ ਅਰਥ ਹੀ ਨਹੀਂ ਰੱਖਦੇ, ਬਲਕਿ ਇਹਨਾਂ ਦੇ ਭਾਵ ਅਰਥ ਡੂੰਘੇ ਹੁੰਦੇ ਹਨ। ਇਹ ਸ਼ਬਦਾਂ ਵਿੱਚ ਲੁਕੇ ਹੋਏ ਕਈ ਅਰਥਾਂ ਨੂੰ ਰੂਪਮਾਨ ਕਰਦੀ ਹੈ। ਭਾਸ਼ਾ ਦੇ ਸ਼ਬਦ ਭੰਡਾਰਾਂ ਦੀ ਅਣਹੋਂਦ ਹੋਣ ਕਾਰਨ ਕਈ ਵਧੀਆ ਕਵਿਤਾ ਨਹੀਂ ਸਿਰਜ ਸਕਦੇ। ਕਵਿਤਾ ਵਿੱਚ ਸ਼ਬਦਾਂ ਦੇ ਅਰਥ ਸੰਦਰਭ ਰਹੀ ਜਾਣੇ ਜਾਂਦੇ ਹਨ। ਇਸ ਲਈ ਕਵਿਤਾ ਦੀ ਭਾਸ਼ਾ ਸਮਝਣ ਲਈ ਪ੍ਰਸੰਗ ਦਾ ਗਿਆਨ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਕਵਿਤਾ ਦਾ ਇੱਕ ਹੋਰ ਮਹੱਤਵਪੂਰਨ ਜਿਹੜਾ ਤੱਤ ਹੈ ਉਸ ਨੂੰ ਅਸੀਂ ਪ੍ਰਤੀਕ ਤੇ ਚਿੰਨ੍ਹ ਆਦਿਕ ਕਹਿੰਦੇ ਹਾਂ। ਕਵਿਤਾ ਵਿੱਚ ਸੰਕੇਤ ਤੇ ਸੁਝਾਅ ਹੁੰਦਾ ਹੈ। ਇਹ ਗੁਣ ਪ੍ਰਤੀਕ ਅਤੇ ਚਿੰਨ੍ਹਾਂ ਕਰਕੇ ਆਉਂਦਾ ਹੈ। ਕਵਿਤਾ ਵਿੱਚ ਕਵੀ ਗੱਲ ਸਿੱਧੀ ਨਹੀਂ ਕਰਦਾ, ਬਲਕਿ ਇਸ਼ਾਰਿਆਂ ਨਾਲ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਸਮਝਾ ਜਾਂਦਾ ਹੈ। ਇਹੋ ਲੁਕਵੀਂ ਗੱਲ ਹੀ ਕਵਿਤਾ ਦੀ ਜਿੰਦ ਜਾਨ ਹੁੰਦੀ ਹੈ। ਚਿੰਨ੍ਹ ਨੂੰ ਅੰਗਰੇਜ਼ੀ ਵਿੱਚ ਅਸੀਂ ਸਾਈਨ ਕਹਿੰਦੇ ਹਾਂ ਤੇ ਪ੍ਰਤੀਕ ਨੂੰ ਸਿੰਬਲ ਕਹਿੰਦੇ ਹਾਂ। ਤੋ ਭਾਸ਼ਾ ਦੇ ਅੱਖਰ ਸਧਾਰਨ ਸ਼ਬਦ ਚਿੰਨ੍ਹ ਹਨ, ਪਰ ਜਦੋਂ ਇਹਨਾਂ ਸਧਾਰਨ ਸ਼ਬਦਾਂ ਦੇ ਗੁਣਾਂ ਦੀ ਤੁਲਨਾ ਕਿਸੇ ਹੋਰ ਸ਼ਬਦ, ਵਸਤੂ ਜਾਂ ਵਿਅਕਤੀ ਆਦਿ ਲਈ ਕੀਤੀ ਜਾਵੇ ਤਾਂ ਇਹ ਚਿੰਨ੍ਹ ਪ੍ਰਤੀਕ ਬਣ ਜਾਂਦੇ ਹਨ। ਇਹ ਕਵਿਤਾ ਦੀ ਜਿੰਦ ਜਾਨ ਹੁੰਦੇ ਹਨ। ਉਹ ਕਾਵਿ ਚਿੰਨ੍ਹ ਜੋ ਲੋਕ ਮਨਾਂ ਵਿੱਚ ਹਰਮਨ ਪਿਆਰੇ ਹੋ ਜਾਂਦੇ ਹਨ ਜਾਂ ਲੋਕ ਮਨਾਂ ਵਿੱਚ ਆਪਣਾ ਅਕਸ ਛੱਡ ਚੁੱਕੇ ਹੁੰਦੇ ਹਨ, ਉਹ ਪ੍ਰਤੀਕ ਅਖਵਾਉਂਦੇ ਹਨ। ਅਸੀਂ ਬੜੇ ਸਤਿਕਾਰ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਤੇ ਬੈਠਾ ਬਾਜ ਦੇਖਦੇ ਹਾਂ। ਉਦੋਂ ਅਸੀਂ ਬਾਜ ਨੂੰ ਕੇਵਲ ਪੰਛੀ ਦੀ ਤਰ੍ਹਾਂ ਨਹੀਂ ਦੇਖਦੇ, ਬਲਕਿ ਬਾਜ ਨੂੰ ਇੱਕ ਬਹਾਦਰੀ ਦਾ ਪ੍ਰਤੀਕ ਉਸ ਦੇ ਤੌਰ ਤੇ ਅਸੀਂ ਉਸ ਵੱਲ ਦੇਖ ਰਹੇ ਹੁੰਦੇ ਹਾਂ। ਇਸੇ ਤਰ੍ਹਾਂ ਜਦੋਂ ਕੋਈ ਕਵੀ ਗਧਾ ਸ਼ਬਦ ਦੀ ਵਰਤੋਂ ਕਰਦਾ ਹੈ ਤਾਂ ਉਹਦਾ ਮਤਲਬ ਹੈ ਉਹ ਕਿਸੇ ਨੂੰ ਮੂਰਖ ਕਹਿ ਰਿਹਾ ਹੈ। ਇਸੇ ਤਰ੍ਹਾਂ ਜਿਹੜੀ ਗੰਗਾ ਹੈ ਇਹਦੀ ਵਰਤੋਂ ਕਰਨ ਲੱਗਿਆ ਪਵਿੱਤਰਤਾ ਦੀ ਗੱਲ ਹੁੰਦੀ ਹੈ। ਹੰਸ ਦੀ ਵਰਤੋਂ ਕਰਦੇ ਹਾਂ ਗੁਰਮੁਖਾਂ ਦੇ ਲਈ, ਬਗਲੇ ਦੀ ਵਰਤੋਂ ਕਰਦੇ ਹਾਂ ਮਨਮੁਖਾਂ ਦੇ ਲਈ। ਤੋ ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਬਹੁਤ ਜ਼ਿਆਦਾ ਪ੍ਰਤੀਕਾਂ ਦੀ ਵਰਤੋਂ ਕਰਦੇ ਨੇ। ਆਪਾਂ ਪ੍ਰਤੀਕ ਤੇ ਚਿੰਨ੍ਹ ਬਾਰੇ ਅਗਲੇ ਲੈਕਚਰ ਦੇ ਵਿੱਚ ਫਿਰ ਜਦੋਂ ਸਮਾਂ ਬਣਿਆ ਇਸ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਾਂਗੇ। ਇਸੇ ਤਰ੍ਹਾਂ ਹੀ ਬਿੰਬ ਜਿਹੜੇ ਨੇ ਉਹ ਵੀ ਕਵਿਤਾ ਦਾ ਇੱਕ ਉਹਦੇ ਵਿੱਚ ਵਿਸ਼ੇਸ਼ ਥਾਂ ਰੱਖਦੇ ਨੇ। ਕਵਿਤਾ ਵਿੱਚ ਡੂੰਘਾਈ ਤੇ ਗੰਭੀਰਤਾ ਦਾ ਵਾਤਾਵਰਨ ਬਿੰਬਾਂ ਦੇ ਨਾਲ ਉਪਜਦਾ ਹੈ। ਇਸ ਦੀ ਵਰਤੋਂ ਨਾਲ ਗਾਗਰ ਵਿੱਚ ਸਾਗਰ ਬੰਦ ਕੀਤਾ ਜਾ ਸਕਦਾ ਹੈ। ਕਵਿਤਾ ਦਾ ਅਜਿਹਾ ਤੱਤ ਹੈ ਜੋ ਪੜ੍ਹਨ ਵਾਲੇ ਦੇ ਮਨ ਵਿੱਚ ਕਵਿਤਾ ਦਾ ਭਾਵ ਕਿਸੇ ਦ੍ਰਿਸ਼ ਜਾਂ ਆਵਾਜ਼ ਆਦਿ ਦੇ ਰੂਪ ਵਿੱਚ ਭਰ ਦਿੰਦਾ ਹੈ। ਇਹ ਸਾਡੀਆਂ ਗਿਆਨ ਇੰਦਰੀਆਂ, ਅੱਖਾਂ, ਨੱਕ, ਕੰਨ, ਜੀਭ ਤੇ ਚਮੜੀ ਆਦਿਕ ਨੂੰ ਪ੍ਰਾਪਤ ਹੋਣ ਵਾਲੇ ਅਨੁਭਵ ਹਨ।
ਤੋ ਬਿੰਬ ਜਿਹੜੇ ਨੇ ਇਹ ਵੀ ਬਹੁਤ ਜ਼ਰੂਰੀ ਹਨ ਕਵਿਤਾ ਦੇ ਲਈ। ਤੇ ਖਾਸ ਤੌਰ ਤੇ ਕਈ ਬਿੰਬ ਹਨ, ਜਿਵੇਂ ਕਿ ਦ੍ਰਿਸ਼ ਬਿੰਬ, ਗੰਧ ਬਿੰਬ, ਨਾਦ ਬਿੰਬ, ਸਵਾਦ ਬਿੰਬ, ਸ਼ੋਹ ਬਿੰਬ, ਸਪਰਸ਼ ਬਿੰਬ, ਪ੍ਰੀਤ ਮੂਲਕ ਬਿੰਬ, ਸੁਪਨ ਬਿੰਬ, ਸਿਮਰਤੀ ਮੂਲਕ ਬਿੰਬ। ਤੋ ਇਹ ਸਾਰੇ ਬਿੰਬਾਂ ਬਾਰੇ ਵੀ ਵਿਚਾਰ ਚਰਚਾ ਆਪਾਂ ਕਰਾਂਗੇ। ਇੱਕ ਮੈਨੂੰ ਗੱਲ ਯਾਦ ਆ ਰਹੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸਿੰਬਲ ਰੁੱਖ ਦਾ ਬਿੰਬ ਵਰਤਦੇ ਨੇ ਤਾਂ ਉਹ ਕਿਸ ਤਰੀਕੇ ਨਾਲ ਇਹ ਸਮਝਾਉਣ ਦਾ ਸਾਨੂੰ ਯਤਨ ਕਰਦੇ ਨੇ ਕਿ ਆਪਾਂ ਹਉਮੈ ਵਿੱਚ ਨਹੀਂ ਆਉਣਾ। ਜਿਵੇਂ ਸਿੰਬਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ, ਓਏ ਜੋ ਆਵੇ ਆਸ ਕਰ, ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਹੁਣ ਗੁਰੂ ਸਾਹਿਬ ਨੇ ਸਿੰਬਲ ਰੁੱਖ ਦੇ ਵੱਡੇ ਆਕਾਰ, ਉਸ ਦੇ ਬੇਸਵਾਦ ਫੁੱਲਾਂ ਫਲਾਂ ਤੋਂ ਨਿਰਾਸ਼ ਹੋ ਕੇ ਜਾਣ ਵਾਲੇ ਪੰਛੀਆਂ ਦੀ ਸਥਿਤੀ ਰਾਹੀਂ ਮਨੁੱਖ ਨੂੰ ਮਿੱਠਤ ਤੇ ਨਿਮਰਤਾ ਨੂੰ ਆਪਣੇ ਸੁਭਾਅ ਦਾ ਅੰਗ ਬਣਾਉਣ ਦੀ ਪ੍ਰੇਰਣਾ ਦਿੱਤੀ ਹੈ। ਇਸੇ ਤਰ੍ਹਾਂ ਬਾਬਾ ਫਰੀਦ ਜੀ ਧਰਤੀ ਦਾ ਬਿੰਬ ਵਰਤ ਕੇ ਇਸ ਦੇ ਸੁਭਾਅ ਬਾਰੇ ਕਿਸ ਤਰ੍ਹਾਂ ਸਾਨੂੰ ਜਾਣੂ ਕਰਾਉਂਦੇ ਨੇ ਕਿ ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਤੋ ਇਹ ਬਿੰਬਾਂ ਦੀ ਜਿਹੜੀ ਵਰਤੋਂ ਹੈ ਇਹ ਵੀ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਤੱਤ ਹੈ ਕਵਿਤਾ ਦਾ। ਇਸ ਦੇ ਨਾਲ ਹੀ ਜਿਹੜੇ ਅਲੰਕਾਰ ਨੇ ਇਹਨੂੰ ਆਪਾਂ ਕਵਿਤਾ ਦਾ ਗਹਿਣਾ ਕਹਿੰਦੇ ਹਾਂ। ਇਹ ਵੀ ਹਰ ਕਵਿਤਾ ਦੇ ਵਿੱਚ ਬਹੁਤ ਜ਼ਰੂਰੀ ਨੇ ਤੇ ਜਿਹੜੇ ਪ੍ਰਭਾਵਸ਼ਾਲੀ ਅਲੰਕਾਰ ਨੇ ਇਹ ਅਲੰਕਾਰਾਂ ਨਾਲ ਹੀ ਕਵਿਤਾ ਜਿਹੜੀ ਹੈ ਇਹ ਬਹੁਤ ਵਧੀਆ ਕਵਿਤਾ ਕਹਾਉਂਦੀ ਹੈ। ਸੋਨੇ ਤੇ ਸੁਹਾਗੇ ਵਾਲਾ ਕੰਮ ਹੁੰਦਾ ਹੈ। ਮੋٹے ਤੌਰ ਤੇ 3 ਵਰਗਾਂ ਚ ਇਹਨਾਂ ਨੂੰ ਵੰਡਿਆ ਜਾਂਦਾ ਅਲੰਕਾਰਾਂ ਨੂੰ, ਸ਼ਬਦ ਅਲੰਕਾਰ, ਅਰਥ ਅਲੰਕਾਰ ਤੇ ਸ਼ਬਦ ਅਰਥ ਅਲੰਕਾਰ। ਇਸ ਦੇ ਨਾਲ ਨਾਲ ਆਪਾਂ ਅੱਗੇ ਵਿਚਾਰ ਕਰਦੇ ਹਾਂ ਕਿ ਅਗਲਾ ਜਿਹੜਾ ਤੱਤ ਹੈ ਕਵਿਤਾ ਦਾ ਹੈ ਉਸ ਨੂੰ ਆਪਾਂ ਰਸ ਕਹਿੰਦੇ ਹਾਂ। ਰਸ ਜਿਹੜਾ ਕਵਿਤਾ ਦਾ ਬਹੁਤ ਹੀ ਮਹੱਤਵਪੂਰਨ ਤੱਤ ਹੈ। ਜਿਹੜੀ ਵੀ ਆਪਾਂ ਕਵਿਤਾ ਪੜ੍ਹਦੇ ਹਾਂ, ਸੁਣਦੇ ਹਾਂ ਤੇ ਕਈ ਵਾਰੀ ਕਵਿਤਾ ਨੂੰ ਸੁਣ ਕੇ ਹੱਸਣ ਲੱਗ ਪੈਂਦੇ ਹਨ, ਇਸ ਨੂੰ ਅਸੀਂ ਹਾਸ ਰਸ ਕਹਿੰਦੇ ਹਾਂ। ਇਸੇ ਤਰ੍ਹਾਂ ਕਈ ਵਾਰੀ ਇਹੋ ਜਿਹੀਆਂ ਕਵਿਤਾਵਾਂ ਅਸੀਂ ਪੜ੍ਹਦੇ ਹਾਂ ਕਿ ਉਹਦੇ ਨਾਲ ਸਾਨੂੰ ਰੋਣਾ ਆ ਜਾਂਦਾ ਹੈ। ਤੋ ਉਸ ਕਵਿਤਾ ਵਿੱਚ ਜਿਹੜਾ ਤੱਤ ਹੁੰਦਾ ਹੈ, ਜਿਹੜਾ ਰਸ ਹੁੰਦਾ ਹੈ, ਉਸ ਨੂੰ ਕਰਨਾ ਰਸ ਕਿਹਾ ਜਾਂਦਾ ਹੈ। ਕਈ ਵਾਰੀ ਕੋਈ ਕਵਿਤਾ ਸੁਣਦੇ ਆ ਕਿਸੇ ਕਵੀ ਤੋਂ ਤੇ ਸਾਡੇ ਰੋਂਗਟੇ ਖੜੇ ਹੋ ਜਾਂਦੇ ਹਨ ਤੇ ਉਸ ਵੇਲੇ ਉਸ ਕਵਿਤਾ ਦੇ ਵਿੱਚ ਜਿਹੜਾ ਰਸ ਹੁੰਦਾ ਹੈ ਇਸ ਨੂੰ ਵੀਰ ਰਸ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਪਿਆਰ ਸਤਿਕਾਰ ਦੇ ਵਿੱਚ ਭਿੱਜੀ ਕਵਿਤਾ ਅਸੀਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਸ਼ਿੰਗਾਰ ਰਸ ਵੀ ਹੁੰਦਾ ਹੈ। ਇਹ ਜਿਹੜੇ ਰਸ ਨੇ ਇਹ 9 ਪ੍ਰਕਾਰ ਦੇ ਆਮ ਤੌਰ ਤੇ ਮੰਨੇ ਗਏ ਨੇ। ਸ਼ਿੰਗਾਰ ਰਸ ਹੈ, ਵੀਰ ਰਸ ਹੈ, ਸ਼ਾਂਤ ਰਸ ਹੈ, ਰੌਦਰ ਰਸ ਹੈ, ਕਰਨਾ ਰਸ ਹੈ, ਵੀਬਤਵ ਰਸ ਹੈ, ਅਦਭੁਤ ਰਸ ਹੈ, ਭਿਆਨਕ ਰਸ ਹੈ ਤੇ ਹਾਸ ਰਸ ਹੈ। ਤੋ ਇਹ ਸਾਰੇ ਜਿੰਨੇ ਤੱਤ ਨੇ ਇਹ ਕਵਿਤਾ ਨੂੰ 4 ਚੰਨ ਲਾਉਂਦੇ ਨੇ। ਤੋ ਆਪਾਂ ਇਸ ਸਿੱਟੇ ਤੇ ਅੱਜ ਪਹੁੰਚਦੇ ਹਾਂ ਕਿ ਕਵਿਤਾ ਦੇ ਜ਼ਰੂਰੀ ਤੱਤ ਜਿਹੜੇ ਨੇ ਇਹਨਾਂ ਤੋਂ ਹੀ ਕਵਿਤਾ ਸੁੰਦਰ ਤੇ ਵਧੀਆ ਬਣਦੀ ਹੈ। ਕੋਈ ਕਵਿਤਾ ਦੇ ਲਈ ਭਾਵ ਨੂੰ ਜ਼ਰੂਰੀ ਸਮਝਦਾ ਹੈ, ਕੋਈ ਕਲਪਨਾ ਤੱਤ ਨੂੰ ਜ਼ਰੂਰੀ ਸਮਝਦਾ ਹੈ, ਕੋਈ ਬੁੱਧੀ ਤੱਤ ਨੂੰ ਜ਼ਰੂਰੀ ਸਮਝਦਾ ਹੈ ਤੇ ਸਾਰੇ ਹੀ ਹੋਰ ਜਿਹੜੇ ਕਵੀ ਨੇ ਉਹ ਜਿੰਨੇ ਮੈਂ ਉੱਪਰ ਤੱਤਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਨੂੰ ਜ਼ਰੂਰੀ ਸਮਝਦੇ ਨੇ। ਕੁਝ ਜਿਹੜੇ ਲੋਕ ਨੇ ਇਹਦੇ ਵਿੱਚ ਸੰਗੀਤ, ਲੈ, ਰਿਦਮ, ਸੁਰ ਤਾਲ ਨੂੰ ਵੀ ਜ਼ਰੂਰੀ ਮੰਨਦੇ ਨੇ ਤੇ ਇਹ ਵੀ ਇਸ ਦਾ ਜ਼ਰੂਰੀ ਤੱਤ ਹੈ ਤੇ ਇਸ ਦੇ ਨਾਲ ਇਹ ਕਵਿਤਾ ਦੇ ਉੱਤੇ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦੇ ਨੇ। ਇਹਨਾਂ ਤੱਤਾਂ ਦੀ ਜਾਣਕਾਰੀ ਪ੍ਰਾਪਤ ਕਰ ਲੈਣ ਨਾਲ ਕੋਈ ਵੀ ਵਿਅਕਤੀ ਵਧੀਆ ਕਵੀ ਨਹੀਂ ਬਣ ਸਕਦਾ। ਇਸ ਲਈ ਕਵੀ ਦਾ ਆਪਣਾ ਅਨੁਭਵ ਤੇ ਦੁਨਿਆਵੀ ਗਿਆਨ ਵੀ ਬਹੁਤ ਜ਼ਰੂਰੀ ਹੈ। ਤੋ ਇਹ ਸਾਰੇ ਤੱਤ ਰਲ ਕੇ ਮਨੁੱਖੀ ਭਾਵਾਂ ਤੇ ਜਜ਼ਬਿਆਂ ਦੀ ਸੁਹਿਰਦਤਾ ਨਾਲ ਤਰਜਮਾਨੀ ਕਰਦੇ ਹੋਏ ਸ਼ਬਦ ਰਚਨਾ ਰਾਹੀਂ ਵਧੀਆ ਕਵਿਤਾ ਦੀ ਸਿਰਜਣਾ ਕਰਦੇ ਹਨ। ਤੋ ਮੈਂ ਉਮੀਦ ਕਰਦਾ ਹਾਂ ਕਿ ਆਪ ਸਾਰੇ ਜੋ ਕਵਿਤਾ ਲਿਖਣ ਵਾਲੇ ਹੋ, ਉੱਭਰਦੇ ਕਵੀ ਹੋ, ਕਵਿਤਾ ਪ੍ਰੇਮੀ ਹੋ, ਅੱਜ ਜਿਹੜਾ ਆਪਾਂ ਵਿਸ਼ੇ ਤੇ ਚਰਚਾ ਕੀਤੀ ਹੈ ਇਸ ਤੋਂ ਤੁਹਾਨੂੰ ਬਹੁਤ ਜ਼ਿਆਦਾ ਹੋਰ ਕਵਿਤਾ ਲਿਖਣ ਦੇ ਲਈ ਪ੍ਰੇਰਨਾ ਵੀ ਮਿਲੇਗੀ ਤੇ ਤੁਹਾਡੇ ਗਿਆਨ ਦੇ ਵਿੱਚ ਵੀ ਵਾਧਾ ਹੋਏਗਾ ਤੇ ਇਸੇ ਤਰ੍ਹਾਂ ਰਲ ਮਿਲ ਕੇ
ਆਪਾਂ ਅੱਗੋਂ ਵੀ ਇਸ ਲੈਕਚਰ ਲੜੀ ਨੂੰ ਜਾਰੀ ਰੱਖਣਾ ਹੈ। ਇਸੇ ਤਰ੍ਹਾਂ ਹੀ ਦਾਸ ਨੂੰ ਅਸੀਸਾਂ ਦਿੰਦੇ ਰਹਿਣਾ। ਦਾਸ ਦੀ YouTube ਡਾਕਟਰ ਹਰੀ ਸਿੰਘ ਜਾਚਕ ਤੇ ਸਾਰੇ ਜਿੰਨੇ ਲੈਕਚਰ ਨੇ ਉਹ ਆਪਾਂ ਸਾਰੇ ਪਾ ਦਿੱਤੇ ਨੇ। ਆਪ ਜੀ ਨੇ ਇਹਨਾਂ ਨੂੰ ਸੁਣਦੇ ਰਹਿਣਾ ਤੇ ਇਸੇ ਤਰ੍ਹਾਂ ਹੀ ਵਧੀਆ ਵਧੀਆ ਜੋ ਵੀ ਆਪ ਨੂੰ ਅੱਛਾ ਲੱਗੇ ਉਹ ਕਮੈਂਟ ਦਿੰਦੇ ਰਹਿਣਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ।